15 ਫਰਵਰੀ 2022 ਨੂੰ ਦਿੱਲੀ ਤੋਂ ਵਾਪਸ ਆਉਂਦਿਆਂ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਹੋਇਆ ਜਾਂ ਕਰਾਇਆ ਗਿਆ, ਕੋਈ ਵੀ ਸਿਨਾਰੀਓ ਹੋਵੇ, ਪਰ ਦੀਪ ਸਿੱਧੂ ਸਾਡੇ 'ਚ ਨਹੀਂ। ਕਿ ਦੀਪ ਬੁੱਝ ਗਿਆ? ਦੀਪ ਨਹੀਂ ਬੁੱਝ ਸਕਦਾ, ਕਿਉਂਕਿ ਦੀਪ ਸੱਚ ਹੈ, ਸੱਚ ਸੀ, ਸੱਚ ਰਹੇਗਾ। ਸੱਚ ਸ਼ਬਦ ਸੱਸੇ ਤੋਂ ਸ਼ੁਰੂ ਹੁੰਦਾ ਹੈ ਤੇ ਸੱਸਾ ਸਦੀਵੀ ਹੈ, ਇਹ ਸਦੀਵੀ ਰਹੂ। ਉਹ ਅਮਰ ਹੋ ਗਿਆ। ਉਹਦੀਆਂ ਦਿੱਤੀਆਂ ਸਪੀਚਾਂ ਫੇਸਬੁੱਕ, ਯੂਟਿਊਬ ਤੇ ਰਹਿੰਦੀ ਦੁਨੀਆ ਤੱਕ ਰਹਿਣਗੀਆਂ। ਆਉਣ ਵਾਲੀ ਪੀੜ੍ਹੀ ਵੀ ਮਾਣ ਮਹਿਸੂਸ ਕਰੂਗੀ ਉਸ ਨੌਜਵਾਨ ਤੇ ਜਿਹਨੇ ਆਪਣਾ ਸਾਰਾ ਕਰੀਅਰ ਛੱਡ ਕੇ, ਇੱਕ ਲਗਜ਼ੂਰੀਅਸ ਲਾਈਫ ਛੱਡ ਕੇ, ਇੱਕ ਜ਼ਿੰਦਗੀ ਉਹ ਜੀ ਆ ਕੇ ਜਿਹਦੇ ਵਿੱਚ ਲੋਕਾਂ ਦੇ ਕੋਲ ਹੋ ਸਕਿਆ, ਲੋਕਾਂ ਦੇ ਕੋਲ ਪਹੁੰਚ ਕੇ ਲੋਕਾਂ ਨੂੰ ਹਲੂਣਾ ਦਿੱਤਾ ਤੇ ਯਾਦ ਕਰਾਇਆ ਤੁਹਾਡੀਆਂ ਮੁਸੀਬਤਾਂ ਦੀ ਜੜ ਕੀ ਹੈ। ਗਲੀਆਂ ਨਾਲੀਆਂ ਦੇ ਚੱਕਰਾਂ ਤੋਂ ਬਾਹਰ ਕੱਢ ਕੇ ਇਹ ਛੋਟੇ ਛੋਟੇ ਜਿਹੜੇ ਝਾਂਸੇ ਸਾਨੂੰ ਪੋਲੀਟੀਸ਼ੀਅਨ ਦੇ ਦਿੰਦੇ ਨੇ, ਇਹਨਾਂ ਤੋਂ ਬਾਹਰ ਕੱਢ ਕੇ ਕੋਈ ਵੱਡੇ ਧਰਵਾਸ ਦੀ ਗੱਲ ਕੀਤੀ, ਉਹ ਐਂ ਹੀ ਨਹੀਂ ਹੁੰਦੀ। ਦੀਪ ਸਿੱਧੂ ਨੂੰ ਮੈਂ ਪਹਿਲੀ ਵਾਰੀ ਉਹਦੀ ਫਿਲਮ ਰਮਤਾ ਜੋਗੀ ਦੇ ਵਿੱਚ ਦੇਖਿਆ, ਪਰ ਬਹੁਤਾ ਪਸੰਦ ਨਹੀਂ ਕੀਤਾ ਫਿਲਮ ਨੂੰ, ਉਹਦੇ ਕਨਸੈਪਟ ਨੂੰ, ਜਾਂ ਓਵਰਆਲ ਮੈਨੂੰ ਬਿਲਕੁਲ ਉਹ ਆਮ ਜਿਵੇਂ ਦੀਆਂ ਇੱਕ ਮਸਾਲਾ ਫਿਲਮਾਂ ਹੁੰਦੀਆਂ ਨੇ ਤੇ ਉਹ ਇੱਕ ਮਸਾਲਾ ਫਿਲਮਾਂ ਦਾ ਇੱਕ ਐਕਟਰ ਲੱਗਿਆ। ਔਰ ਉਸ ਤੋਂ ਬਾਅਦ ਲੋਕਡਾਊਨ ਦੇ ਸਮੇਂ ਦੇ ਵਿੱਚ ਜਦੋਂ ਦੀਪ ਸਿੱਧੂ ਆਪਣੇ ਪੇਜ ਤੋਂ ਲਾਈਵ ਹੋ ਕੇ ਗੱਲਾਂ ਬੋਲਣ ਲੱਗ ਗਿਆ, ਜਿਹੜੇ ਕਿ ਬਹੁਤ ਵੱਡੇ ਮਸਲੇ ਨੇ ਤੇ ਸਦੀਵੀ ਮਸਲੇ ਨੇ ਜਿਹੜੇ ਪੰਜਾਬ ਦੇ, ਪਰ ਇਉਂ ਲੱਗਿਆ ਕਿ ਸ਼ਾਇਦ ਹੋਕੀ ਪਬਲਿਸਿਟੀ ਦੇ ਲਈ, ਕਿਉਂਕਿ ਉਸ ਤੋਂ ਪਹਿਲਾਂ ਉਹਦੀ ਜ਼ੋਰਾ ਫਿਲਮ ਆ ਚੁੱਕੀ ਸੀ, ਸ਼ਾਇਦ ਲੱਗੇ ਕਿ ਉਹਦੀ ਪਬਲਿਸਿਟੀ ਦੇ ਲਈ ਜਾਂ ਉਹਦੇ ਤੋਂ ਕੋਈ ਫਾਇਦਾ ਚੱਕਣ ਦੇ ਲਈ ਸਿਆਣਪ ਭਰੀਆਂ ਗੱਲਾਂ ਕਰ ਰਿਹਾ ਹੈ। ਕਿਉਂਕਿ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਹੈ। ਕਹਿਣੀ ਤੇ ਕਰਨੀ ਦੇ ਬੰਦੇ ਸਿਰਫ ਉਹ ਹੁੰਦੇ ਨੇ ਜਿਹੜੇ ਸੱਚੇ ਤੇ ਸੁੱਚੇ ਹੁੰਦੇ ਨੇ। ਤੇ ਚਲਦਿਆਂ ਚਲਦਿਆਂ ਅਗਲੇ ਦੌਰ ਦੇ ਵਿੱਚ ਸ਼ੰਭੂ ਮੋਰਚਾ ਲੱਗਿਆ। ਸ਼ੰਭੂ ਮੋਰਚੇ ਦੇ ਵਿੱਚ ਜੋ ਨਰੇਟਿਵ ਦੀਪ ਸਿੱਧੂ ਨੇ ਸਿਰਜਿਆ, ਉਹਦੇ ਨਾਲ ਇੱਕ ਜਾਗਰਤੀ ਆਈ ਤੇ ਉਸ ਨੂੰ ਕਾਫੀ ਹੱਦ ਤੱਕ ਲੋਕ ਪਸੰਦ ਕਰਨ ਲੱਗੇ। ਪਰ ਜਦ ਉਹੀ ਉਹ ਨਰੇਟਿਵ ਲੈ ਕੇ, ਉਹੀ ਉਹ ਸੋਚ ਲੈ ਕੇ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਪਹੁੰਚਿਆ ਤਾਂ ਬਹੁਤ ਵੱਡੇ ਲੈਵਲ ਤੇ ਪਿਆਰ ਮਿਲਿਆ ਤੇ ਇੱਕ ਤਬਕੇ ਵੱਲੋਂ, ਇੱਕ ਸੋਚ ਵੱਲੋਂ ਉਹਦੀ ਹਰ ਗੱਲ ਦੇ ਉੱਤੇ ਸਵਾਲ ਖੜੇ ਕੀਤੇ ਗਏ, ਕਿਉਂਕਿ ਉਹਦਾ ਪਰਮਾਤਮਾ 'ਚ ਅਟੁੱਟ ਵਿਸ਼ਵਾਸ, ਸਿੱਖ ਧਰਮ ਦੀ ਜੋ ਰਵਾਇਤਾਂ ਨੇ ਉਹਦੇ 'ਚ ਉਹਦੀ ਦਿਲਚਸਪੀ, ਉਹਦੇ ਬਾਰੇ ਗੱਲ ਕਰਨਾ, ਉਹਦੇ ਬਾਰੇ ਲੋਕਾਂ ਦੇ ਵਿੱਚ ਹਰ ਆਸਪੈਕਟ ਤੋਂ, ਹਰ ਤਰੀਕੇ ਨਾਲ ਗੱਲ ਨੂੰ ਜਿਵੇਂ ਵੀ ਪ੍ਰੈਜ਼ੈਂਟ ਕੀਤਾ ਜਾ ਸਕਦਾ ਹੈ, ਸੱਚ ਨੂੰ ਸੱਚ ਰੱਖ ਕੇ, ਕੋਈ ਉਹਦੇ 'ਚ ਮਿਸ਼ਰਣ ਨਾ ਕਰਕੇ ਉਹੀ ਕੀਤੀ। ਤੇ ਕਰਦਿਆਂ ਕਰਦਿਆਂ 26 ਜਨਵਰੀ ਆਈ। 26 ਜਨਵਰੀ ਨੂੰ ਉਹ ਵੀ ਇੱਕ ਉਸੇ ਤਰ੍ਹਾਂ ਹੀ ਜਿਵੇਂ ਆਮ ਕਿਸਾਨ ਪਹੁੰਚੇ, ਉੱਥੇ ਪਹੁੰਚਿਆ। ਇੱਕ ਜੋ ਭਾਵਨਾ ਹਰ ਦੇ ਵਿੱਚ ਸੀ, ਉਹਦੇ ਵਿੱਚ ਸੀ ਬਸ ਇੱਕ ਸੈਲੀਬ੍ਰਿਟੀ ਸਟੇਟਸ ਸੀ, ਇੱਕ ਪਬਲਿਕ ਫਿਗਰ ਸੀ। ਤੇ ਜਿਵੇਂ ਸਟੇਟ ਜਾਂ ਏਜੰਸੀਜ਼ ਜਾਂ ਕੋਈ ਕੰਪੀਟੀਸ਼ਨ ਦੀ ਭਾਵਨਾ ਰੱਖਣ ਵਾਲੇ ਲੋਕ ਜਿਹੜੇ ਦੁਨਿਆਵੀ ਦੌੜ ਦੇ ਵਿੱਚ ਦੌੜ ਰਹੇ ਹੁੰਦੇ ਨੇ, ਉਹਨਾਂ ਨੇ ਉਹਦੇ ਲਈ ਕੁਝ ਹੋਰ ਹੀ ਸਿਰਜਤਾ। ਤੇ ਉਸ ਵਕਤ ਬਿਲਕੁਲ ਇਕੱਲਾ ਪੈ ਗਿਆ। ਉਹਦੀਆਂ ਕੁਝ ਵੀਡੀਓਜ਼ ਅਪਲੋਡ ਹੋਈਆਂ ਉਹਨਾਂ ਸਮੇਂ ਦੇ ਵਿੱਚ ਜਦੋਂ ਉਹ ਫਰਾਰੀ ਦੇ ਵਿੱਚ ਸੀ। ਉਹ ਤੋਂ ਬਾਅਦ ਇੱਕ ਦਿਨ ਖਬਰ ਆਉਂਦੀ ਹੈ ਕਿ ਦੀਪ ਸਿੱਧੂ ਗ੍ਰਿਫਤਾਰ ਹੋ ਗਿਆ ਜਾਂ ਖੁਦ ਪੇਸ਼ ਹੋਇਆ। ਉਹ ਕਹਾਣੀ ਹਜੇ ਕੋਈ ਨਹੀਂ ਜਾਣਦਾ, ਉਹ ਦੀਪ ਸਿੱਧੂ ਦੇ ਨਾਲ ਹੀ ਚਲੀ ਗਈ ਹੈ। ਉਸ ਦਿਨ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੀ ਤੇ ਮੈਂ ਅਰਦਾਸ ਕੀਤੀ ਕਿ ਪਰਮਾਤਮਾ ਜੇ ਬੰਦਾ ਇਹ ਸੱਚਾ ਹੈ ਤਾਂ ਨਿੱਤਰ ਕੇ ਆਵੇ, ਸੱਚਾ ਹੋ ਕੇ ਨਿਕਲੇ।
ਤਾਂ ਇਸੇ ਤਰ੍ਹਾਂ ਦੀਆਂ ਅਰਦਾਸਾਂ ਬਹੁਤ ਲੋਕਾਂ ਨੇ ਕੀਤੀਆਂ ਹੋਣੀਆਂ। ਅਰਦਾਸਾਂ ਕਬੂਲ ਹੋਈਆਂ ਕਿਉਂਕਿ ਪਰਮਾਤਮਾ ਨੇ ਉੱਤੇ ਸਿਰ ਤੇ ਹੱਥ ਰੱਖਿਆ ਤੇ ਉਹ ਬਾਹਰ ਆਇਆ। ਤੇ ਉਸ ਤੋਂ ਬਾਅਦ ਇੱਕਦਮ ਚੇਂਜ ਆਇਆ। ਤਾਂ ਬਹੁਤ ਸਾਰੇ ਲੋਕ ਹੁਣ ਨਾਲ ਤੁਰਨ ਲੱਗ ਗਏ, ਉਹਦੇ ਬਾਰੇ ਗੱਲਾਂ ਹੋਣ ਲੱਗ ਗਈਆਂ। ਜਦੋਂ ਕਦੇ ਸੁਣਨਾ ਉਹਦੇ ਲੈਕਚਰਸ ਨੂੰ, ਉਹਦੀ ਸਪੀਚਸ ਨੂੰ ਜਾਂ ਉਹਦੇ ਕੁਝ ਪੋਸਟ ਨੂੰ ਪੜ੍ਹਨਾ, ਐਵੇਂ ਲੱਗਣਾ ਪੜ੍ਹ ਕੇ ਪੋਸਟਾਂ ਨੂੰ ਕਿ ਵੀ ਸ਼ਾਇਦ ਇਹ ਵੀ ਸਰਦਾਰ ਅਜਮੇਰ ਸਿੰਘ ਦੀਆਂ ਕਿਤਾਬਾਂ ਪੜ੍ਹਦਾ ਹੈ ਜਾਂ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਸਪੀਚਾਂ ਨੂੰ ਜੋ YouTube ਦੇ ਉੱਤੇ ਨੇ ਜਾਂ ਬਹੁਤ ਸਾਰੇ ਉਹਨਾਂ ਦੇ ਲੈਕਚਰ ਸਿੱਖ ਸਿਆਸਤ YouTube ਚੈਨਲ ਦੇ ਉੱਤੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦਾ 10 ਇੱਕ ਵਿਊ ਪੁਆਇੰਟ ਚੈਨਲ ਵੀ ਬਣਿਆ, ਉਹਦੇ ਉੱਤੇ ਵੀ ਨੇ। ਤਾਂ ਲੱਗਦਾ ਸੀਗਾ ਕਿ ਸਰਦਾਰ ਅਜਮੇਰ ਸਿੰਘ ਹੋਣਾ ਤੋਂ ਬਹੁਤ ਸਾਰੀ ਚੀਜ਼ਾਂ ਉਹ ਸਿੱਖਦਾ ਹੈ। ਤੇ ਇਸੇ ਗੱਲ ਨੂੰ ਫਿਰ ਬਾਅਦ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਤਾ ਗਿਆ ਕਿ ਸਰਦਾਰ ਅਜਮੇਰ ਸਿੰਘ ਉਹਨੂੰ ਫੀਡ ਕਰਦੇ ਨੇ, ਹਰ ਚੀਜ਼ ਉਹੀ ਦੱਸਦੇ ਨੇ। ਤਾਂ ਸਰਦਾਰ ਅਜਮੇਰ ਸਿੰਘ ਹੋਰਾਂ ਨੇ ਪ੍ਰੋ ਪੰਜਾਬ TV ਦੇ ਸੰਪਾਦਕ ਯਾਦਵਿੰਦਰ ਸਿੰਘ ਹੋਰਾਂ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਵੀ ਇਹ ਲੋਕਾਂ ਨੂੰ ਭੁਲੇਖਾ ਹੈ ਕਿ ਦੀਪ ਸਿੱਧੂ ਨੂੰ ਕੋਈ ਚਲਾ ਸਕਦਾ ਹੈ। ਉਹਨਾਂ ਨੇ ਕਿਹਾ, ਇੱਕ ਲਾਈਨ ਕਹੀ ਕਿ ਉਹ ਬਹੁਤ ਇੰਡੀਪੈਂਡੈਂਟ ਮਾਈਂਡ ਹੈ, ਉਹ ਕਿਸੇ ਦੇ ਚਲਾਇਆ ਨਹੀਂ ਚੱਲਦਾ। ਤਾਂ ਇੰਨਾ ਜ਼ਿਆਦਾ ਬਰਾਈਟ ਮਾਈਂਡ ਹੋ ਕੇ ਵੀ ਬਹੁਤੇ ਤਰਕਾਂ 'ਚ ਨਹੀਂ ਪੈਂਦਾ ਸੀ। ਵਿਸ਼ਵਾਸ ਵਾਲਾ ਬੰਦਾ ਸੀ, ਜਿਹਦੀ ਅੱਜ ਕਮੀ ਹੈ, ਜਿਹਦੇ ਕਰਕੇ ਹਰ ਪ੍ਰੋਬਲਮ ਹੈ, ਕਿਉਂਕਿ ਵਿਸ਼ਵਾਸ ਹੀ ਨਹੀਂ ਨਾ ਕਿਸੇ ਬੰਦੇ ਦੇ ਉੱਤੇ ਨਾ ਪਰਮਾਤਮਾ ਤੇ। ਤੇ ਵਿਸ਼ਵਾਸ ਕਰਨਾ ਸਿੱਖੋ। ਦੀਪ ਸਿੱਧੂ ਸਾਡੇ 'ਚ ਨਹੀਂ, ਪਰ ਜਿਹੜੀਆਂ ਗੱਲਾਂ ਸਾਡੇ 'ਚ ਲੈ ਕੇ ਆਇਆ, ਉਹ ਗੱਲਾਂ ਨੂੰ ਅੱਗੇ ਤੋਰਨ ਦੇ ਲਈ ਰਿਕੁਐਸਟ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਥੇਬੰਦੀ ਬਣਾਈ ਜਾਵੇ ਜਿਹੜੀ ਅੱਗੇ ਦੀਪ ਸਿੱਧੂ ਦੇ ਵਿਚਾਰਾਂ ਨੂੰ ਲੈ ਕੇ ਪਹੁੰਚੇ। ਸਰਦਾਰ ਅਜਮੇਰ ਸਿੰਘ ਹੋਰਾਂ ਦੀਆਂ ਕਿਤਾਬਾਂ ਨੂੰ ਪੜ੍ਹਿਆ ਜਾਵੇ, ਜਿੱਥੋਂ ਦੀਪ ਸਿੱਧੂ ਬਹੁਤ ਸਾਰੇ ਉਹਦੇ ਜਿਹੜੇ ਆਈਡੀਆਜ਼ ਨੇ ਉੱਥੋਂ ਨੇ, ਤਾਂ ਕਿ ਇਸ ਗੱਲ ਨੂੰ, ਜਿਸ ਗੱਲ ਨੂੰ ਦੀਪ ਸਿੱਧੂ ਲੈ ਕੇ ਆਇਆ, ਲੰਬੀ ਤੋਰਿਆ ਜਾ ਸਕੇ। ਤੇ ਉਹ ਜਿਹੜੇ ਹੱਕਾਂ ਦੀ ਗੱਲ ਕਰਦਾ ਹੈ, ਜਿਹੜੀ ਦੇ ਹੱਕਾਂ ਦੀ ਗੱਲ ਪਹਿਲਾਂ ਵੀ ਹੋਈ ਹੈ ਤੇ ਪਹਿਲਾਂ ਉਹਨਾਂ ਗੱਲਾਂ ਦੇ ਵਿੱਚ ਕਾਫੀ ਗੈਪ ਪੈ ਗਿਆ ਸੀ, ਦੁਬਾਰਾ ਗੱਲਾਂ ਉੱਠੀਆਂ ਨੇ। ਇਹਨਾਂ ਗੱਲਾਂ ਦੇ ਲਈ ਖੜਨ ਦੀ ਜ਼ਰੂਰਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਆਪਾਂ ਲੋਕ ਇਹ ਗੱਲ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਜੋ ਉਹਨੇ ਨੈਰੇਟਿਵ ਸਿਰਜਿਆ ਹੈ ਇਹ ਮੌਜੂਦ ਰਹੇ ਸਮਾਜ ਦੇ ਵਿੱਚ, ਹਰ ਤਬਕੇ ਤੱਕ ਗੱਲ ਪਹੁੰਚੇ ਕਿ ਗੱਲ ਜਿਹੜੀ ਦੀਪ ਸਿੱਧੂ ਨੇ ਕੀਤੀ ਸੀ, ਜਦੋਂ ਕਿਹਾ ਸੀ ਕਿ ਗੱਲ ਜ਼ਮੀਨ ਦੀ ਨਹੀਂ ਜ਼ਮੀਰਾਂ ਦੀ ਹੈ, ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਹੈ, ਗੱਲ ਕਾਨੂੰਨਾਂ ਦੀ ਨਹੀਂ, ਗੱਲ ਹੋਂਦ ਦੀ ਹੈ। ਤੇ ਗੱਲ ਹੋਂਦ ਦੀ ਹੈ ਤੇ ਹੋਂਦ ਨੂੰ ਬਚਾਓ। ਦੀਪ ਸਿੱਧੂ ਦੇ ਲਈ ਪਰਮਾਤਮਾ ਅੱਗੇ ਅਰਦਾਸ, ਦੁਬਾਰਾ ਸਾਡਾ ਭਰਾ ਸਾਡੇ 'ਚ ਆਵੇ। ਤੇ ਇਸੇ ਤਰ੍ਹਾਂ ਜਿਵੇਂ ਇਹ ਕੁਛ 1.5-2 ਸਾਲ ਦੇ ਵਿੱਚ ਜਿਵੇਂ ਗੱਲ ਸਿਰਜੀ ਹੈ, ਉਵੇਂ ਗੱਲ ਨੂੰ ਅੱਗੇ ਲੈ ਕੇ ਜਾਏ ਤੇ ਉਹਦੀ ਸੋਚ ਤੇ ਜਿਹੜੀਆਂ ਉਹਦੀ ਕਈ ਗੱਲਾਂ ਨੇ ਉਹਨਾਂ ਨੂੰ ਉਹਨਾਂ ਲੋਕਾਂ ਤੱਕ ਵੀ ਪਹੁੰਚਾਓ ਜਿਹੜੇ ਸਿਰਫ ਵਿਰੋਧ ਕਰਦੇ ਸੀ, ਵਿਰੋਧ ਕਰਨ ਦੇ ਲਈ। ਤਾਂ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ, ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਇਹ ਉਮੀਦ ਕਰਦੇ ਹਾਂ ਕਿ ਉਹਦੇ ਨਾਲ ਜੁੜੇ ਹੋਏ ਬੰਦੇ ਜਾਂ ਉਹਦੀ ਗੱਲਾਂ ਨੂੰ ਸਹੀ ਸਮਝਣ ਵਾਲੇ ਬੰਦੇ ਉਹ ਗੱਲ ਨੂੰ ਅੱਗੇ ਤੱਕ ਲੈ ਕੇ ਜਾਣ। ਇਹੀ ਉਹਨੂੰ ਸੱਚੀ ਸ਼ਰਧਾਂਜਲੀ ਹੋਏਗੀ।